ਤੇ ਸਾਡੇ ਨਾਲ ਸਰਵਨ ਸਿੰਘ ਪੰਧੇਰ ਕਿਸਾਨ ਆਗੂ ਸਾਡੇ ਨਾਲ ਜੁੜ ਰਹੇ ਨੇ। ਪੰਧੇਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦਾ ਪਹਿਲਾ ਪ੍ਰਤੀਕਰਮ ਆਇਆ ਪੰਧੇਰ ਸਾਹਿਬ। ਉਹ ਕਹਿ ਰਹੇ ਨੇ ਕਿ ਸੰਯੁਕਤ ਕਿਸਾਨ ਮੋਰਚੇ ਤੋਂ ਅਸੀਂ 3 ਨਾਂ ਮੰਗੇ ਸੀਗੇ, ਉਹਨਾਂ ਨੇ ਨਾਂ ਨਹੀਂ ਦਿੱਤੇ, ਅਸੀਂ ਹਜੇ ਵੀ ਕਮੇਟੀ ਵਿੱਚ ਉਹਨਾਂ ਦੀ ਥਾਂ ਖਾਲੀ ਰੱਖੀ ਹੋਈ ਹੈ। देखो बेनती है भी जिहड़ी कल सरकार ने कमेटी का ऐलान किया जी, ਉਹਦਾ ਜਿਹੜਾ ਏਜੰਡਾ ਵਾ ਇਹ ਆ ਵੀ MSP ਨੂੰ ਮਜ਼ਬੂਤ ਕਰਨਾ। ਸਭ ਤੋਂ ਵੱਡਾ ਕਿਸਾਨਾਂ ਨਾਲ ਧੋਖਾ ਉਹਦਾ ਏਜੰਡਾ ਇਹ ਨਹੀਂ ਹੈਗਾ ਵੀ MSP ਗਰੰਟੀ ਕਾਨੂੰਨ ਬਣਾਉਣਾ ਵਾ ਜੀ। ਇੱਕ ਜਿਹੜੇ ਉਹਦੇ ਚੇਅਰਮੈਨ ਬਣਾਏ ਗਏ ਆ, ਜਿਹੜੇ ਮੈਂਬਰ ਨੇ ਰਮੇਸ਼ ਚੰਦ ਜੀ ਜਾਂ ਅਗਰਵਾਲ ਜੀ, ਇਹ ਖੇਤੀ ਕਾਨੂੰਨ ਜਿਹੜੇ 3 ਕਾਲੇ ਕਾਨੂੰਨ ਸੀਗੇ ਉਹਨਾਂ ਨੂੰ ਲਿਆਉਣ ਵਿੱਚ ਇਹਨਾਂ ਦਾ ਬਹੁਤ ਵੱਡਾ ਹੱਥ ਰਿਹਾ ਵਾ। ਉਹਦੇ ਜਿੰਨੇ ਵੀ ਨਾਂ ਆਏ ਨੇ ਉਹ ਸਾਰੇ ਕਿਸਾਨਾਂ ਮਜ਼ਦੂਰਾਂ ਦੇ ਜਿਹੜੇ MSP ਦੇਣ ਦੇ ਵਿਰੋਧੀ ਰਹੇ। ਰਮੇਸ਼ ਚੰਦ ਜੀ ਦਾ ਬਿਆਨ 1 ਮਹੀਨਾ ਪਹਿਲਾਂ ਛਪਿਆ ਸੀ ਵੀ ਕਿਸਾਨਾਂ ਨੂੰ MSP ਥੋੜੇ ਸਮੇਂ ਲਈ ਉਦੋਂ ਤੱਕ ਦੇਣੀ ਚਾਹੀਦੀ ਆ ਜਦੋਂ ਤੱਕ ਬਾਜ਼ਾਰ ਦੇ ਵਿੱਚ ਮੁਕਾਬਲਾ ਨਾ ਹੋ ਜੇ। ਇਸ ਕਰਕੇ ਪਹਿਲੋਂ ਤਾਂ ਇਹ ਇਹਦੀ ਜਿਹੜੀ ਬਣਤਰ ਆ ਉਹਦੇ ਤੇ ਸਾਨੂੰ ਇਹਦੇ ਤੇ ਇਤਰਾਜ਼ ਆ। ਦੂਜਾ, ਅਸੀਂ ਤਾਂ ਮੰਨਦੇ ਵੀ ਕਿਸੇ ਕਿਸਾਨ ਲੀਡਰ ਨੂੰ ਸ਼ਾਮਲ ਹੀ ਨਹੀਂ ਹੋਣਾ ਚਾਹੀਦਾ, ਕਿਉਂਕਿ ਇਹਨਾਂ ਨੇ ਪੂਰੇ ਦੇਸ਼ ਦੇ ਕਿਸਾਨਾਂ ਨਾਲ ਧੋਖਾ ਕਰਨਾ। ਔਰ ਕਿਉਂਕਿ ਬਹੁ ਗਿਣਤੀ ਇਹਦੇ ਵਿੱਚ ਇਹਨਾਂ ਦੇ ਆਪ ਦੇ ਮਾਹਰਾਂ ਦੀ ਤੇ ਆਪਣੇ ਜਿਹੜੇ ਇਹਨਾਂ ਦੇ ਨੀਤੀ ਦੇ ਬੰਦੇ ਨੇ ਉਹਨਾਂ ਦੀ ਆ। ਇਸ ਕਰਕੇ ਸਾਡੀ ਸੁਣੀ ਨਹੀਂ ਜਾਣੀ। ਸੋ ਸਰਕਾਰ ਦੀ ਕਮੇਟੀ ਜਿਹੜੀ ਬਣਾਈ ਆ ਇਹ ਕਿਸਾਨਾਂ ਦੇ ਅੱਖਾਂ 'ਚ ਧੋਖਾ ਵਾ। ਅਸਲ ਵਿੱਚ ਇਹਦਾ ਮਨੋਰਥ ਹੀ ਕੁਝ ਹੋਰ ਹੈਗਾ, ਅਸੀਂ ਇਹ ਮੰਨਦੇ ਹੈਗੇ। ਬਿਲਕੁਲ। ਸਾਡੇ ਨਾਲ ਹਰਜੀਤ ਗਰੇਵਾਲ ਸਾਹਿਬ ਵੀ ਜੁੜ ਰਹੇ ਨੇ, BJP ਆਗੂ। ਗਰੇਵਾਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ। ਕਿਸਾਨ ਆਗੂ ਸਿੱਧੇ ਤੌਰ ਤੇ ਗਰੇਵਾਲ ਸਾਹਿਬ ਸਵਾਲ ਖੜੇ ਕਰ ਰਹੇ ਨੇ ਕਿ ਜਿਹੜੀ ਇਹ ਕਮੇਟੀ ਬਣਾਈ ਗਈ ਹੈ ਇਸ ਦੇ ਵਿੱਚ ਕੇਂਦਰ ਸਰਕਾਰ ਨੇ ਆਪਣੇ ਬੰਦੇ ਆ ਉਹ ਲੋਕ ਰੱਖ ਲਏ ਜਿਨ੍ਹਾਂ ਨੇ ਖੇਤੀ ਕਾਨੂੰਨ ਬਣਾਏ ਸੀਗੇ, ਇਹਨਾਂ ਦੀ ਪ੍ਰੋੜਤਾ ਕੀਤੀ ਸੀਗੀ। ਉਹਨਾਂ ਦੀ ਮੌਜੂਦਗੀ ਦੇ ਵਿੱਚ ਕਿਸਾਨ ਆਗੂਆਂ ਦੇ ਸ਼ਾਮਿਲ ਹੋਣ ਦਾ ਕੋਈ ਮਤਲਬ ਇਸ ਕਮੇਟੀ ਦੇ ਵਿੱਚ ਨਹੀਂ ਰਹਿ ਜਾਂਦਾ। ਦੇਖੋ, ਇਹ ਦੇਸ਼ ਬਹੁਤ ਬੜਾ, ਪਹਿਲੀ ਗੱਲ ਤਾਂ ਇਹ ਸਮਝ ਲੈਣੀ ਚਾਹੀਦੀ ਹੈ, ਅਨੇਕਤਾ ਚ ਏਕਤਾ ਇੱਥੇ। ਔਰ ਕਿਸਾਨ ਸੰਗਠਨ ਵੀ ਅਲੱਗ ਅਲੱਗ ਨੇ। ਸਾਊਥ ਦੇ ਜਿਹੜੇ ਕਿਸਾਨ ਆ ਉਹ ਚਾਹੁੰਦੇ ਆ ਕਿ ਇਹ ਕਾਨੂੰਨ ਬੜੇ ਅੱਛੇ ਸੀ। ਸਾਡਾ ਵੀ ਇਹ ਮੰਨਣਾ ਕਿ ਕਾਨੂੰਨ ਅੱਛੇ ਸੀ, ਪਰ ਇਹ ਵਹਿਮ ਨਹੀਂ ਕਰਨਾ ਚਾਹੀਦਾ। ਪ੍ਰਧਾਨ ਮੰਤਰੀ ਜੀ ਨੇ ਜਿਹੜੇ ਕਿਸਾਨ ਅੰਦੋਲਨਕਾਰੀ ਸੀ ਸੰਗਠਨ, ਉਹਨਾਂ ਦੀ ਰਿਸਪੈਕਟ ਕੀਤੀ ਤੇ ਮਾਫੀ ਇਹਨਾਂ ਤੋਂ ਮੰਗ ਕੇ ਉਹ ਕਾਨੂੰਨ ਵਾਪਸ ਲੈ ਲਏ। ਇਹਨਾਂ ਨੇ ਸੰਘਰਸ਼ ਕੀਤਾ, ਇਹ ਠੀਕ ਹੈ ਕਿ ਇਹਨਾਂ ਦੇ ਸੰਘਰਸ਼ ਦੀ ਵਜ੍ਹਾ ਕਰਕੇ ਹੋਇਆ, ਪਰ ਹਰ ਚੀਜ਼ 'ਚ ਵਹਿਮ ਕਰਦੇ ਰਹੋ। ਹੁਣ ਕਮੇਟੀ ਦੇ ਵਿੱਚ ਕਾਨੂੰਨੀ ਮਾਹਿਰ ਵੀ ਤਾਂ ਬੈਠਣਗੇ, ਜਿਹੜੇ ਸਰਕਾਰੀ ਅਧਿਕਾਰੀ ਨੇ ਉਹ ਵੀ ਬੈਠਣਗੇ। ਔਰ ਉਹਦੇ ਨਾਲ ਨਾਲ ਜਿਹੜੇ ਦੂਸਰੇ ਲੋਕਾਂ ਦੀ ਇਹ ਗੱਲ ਕਰਦੇ ਆ ਜਿਨ੍ਹਾਂ ਦੇ ਨਾਂ ਰੱਖਿਆ, ਜਿਸ ਤਰ੍ਹਾਂ ਗੁਣੀ ਪ੍ਰਕਾਸ਼ ਨੇ, ਉਹ ਭੁਪਿੰਦਰ ਸਿੰਘ ਮਾਨ ਦੀ ਜਥੇਬੰਦੀ ਚਲਾਉਂਦੇ ਆ। ਉਹ ਵੀ ਪਹਿਲਾਂ ਬੜਾ ਸੰਘਰਸ਼ ਕੀਤਾ ਉਹਨਾਂ ਲੋਕਾਂ ਨੇ। ਭਾਰਤੀ ਕਿਸਾਨ ਯੂਨੀਅਨ ਉਹੀ ਹੁੰਦੀ ਸੀ ਉਸ ਵੇਲੇ। ਔਰ ਉਸ ਤੋਂ ਬਾਅਦ ਜਿਹੜੇ ਬਾਕੀ ਲੋਕ ਵੀ ਰੱਖੇ ਨੇ ਉਹ ਵੀ ਕਿਸਾਨੀ ਲਈ ਕ੍ਰਿਸ਼ਨਵੀਰ ਵਗੈਰਾ ਸੰਘਰਸ਼ ਕਰਦੇ ਰਹੇ। ਭਾਰਤੀ ਕ੍ਰਿਸ਼ਕ ਸਮਾਜ ਤੋਂ ਨੇ ਉਹ। ਤੇ ਇਸੇ ਤਰ੍ਹਾਂ ਜਿਹੜੇ ਇਹ ਪੰਜਾਬ ਤੋਂ ਵੀ ਲੈਣੇ ਨੇ ਤੇ ਹਰ ਸਟੇਟ ਤੋਂ ਵੀ ਰਿਪਰੈਜ਼ੈਂਟੇਟਿਵ ਜਾਣੇ ਨੇ, ਉਹਨਾਂ ਦੀ ਵੀ ਸਲਾਹ ਮਸ਼ਵਰੇ ਲੈ ਜਾਣੇ ਨੇ। ਜਿਹੜੀਆਂ ਸਟੇਟਸ ਸਟੇਕ ਹੋਲਡਰ ਨੇ ਉਹਨਾਂ ਨੂੰ ਵੀ ਪ੍ਰਤੀਨਿਧਤਾ ਉਹਦੇ 'ਚ ਮਿਲਣਾ। ਗਰੇਵਾਲ ਸਾਹਿਬ, ਇਹ ਸਵਾਲ ਇਹ ਵੀ ਹੈਗਾ, ਪੰਜਾਬ ਦੇ ਕਿਸੇ ਨੁਮਾਇੰਦੇ ਨੂੰ ਥਾਂ ਜਿਹੜੀ ਹੈਗੀ ਉਹ ਨਹੀਂ ਦਿੱਤੀ ਗਈ, ਸ਼ਾਮਿਲ ਨਹੀਂ ਕੀਤਾ ਗਿਆ ਕਿਸੇ ਅਧਿਕਾਰੀ ਨੂੰ। ਦਿੱਤੀ ਜਾਏਗੀ ਜੀ। ਉਹਦੇ 'ਚ ਉਹ ਕਿਹਾ ਉਹਨਾਂ ਨੇ ਕਿ ਸਟੇਟਸ ਜਿਹੜੀਆਂ ਸਟੇਕ ਹੋਲਡਰ ਨੇ ਉਹਨਾਂ ਦੇ ਰਿਪਰੈਜ਼ੈਂਟੇਟਿਵ ਜਿਹੜੇ ਆ ਉਹਨਾਂ ਨੂੰ ਵੀ ਉਹਦੇ 'ਚ ਬੁਲਾਇਆ ਜਾਏਗਾ। ਪਰ ਜੇਕਰ ਪਹਿਲਾਂ ਹੀ ਐਲਾਨ ਕਰ ਦਿੰਦੇ ਕਿ ਪੰਜਾਬ ਤੋਂ ਅਸੀਂ ਇਸ ਡੈਜ਼ਿਗਨੇਸ਼ਨ ਦੇ ਅਧਿਕਾਰੀ ਨੂੰ ਲੈ ਰਹੇ, ਜਿਸ ਤਰੀਕੇ ਬਾਕੀ ਸਟੇਟ ਦੇ ਵੀ ਐਲਾਨ ਕੀਤੇ ਨੇ, 2-3 ਸਟੇਟਾਂ ਦੇ ਅਧਿਕਾਰੀ ਜਿਹੜੇ ਹੈਗੇ ਉਸ ਦੇ ਵੀ ਸ਼ਾਮਿਲ। ਇੱਕ ਮਿੰਟ ਗਰੇਵਾਲ ਸਾਹਿਬ, ਸਵਾਲ ਸਮਝੋ। 2-3 ਸਟੇਟ ਦੇ ਅਧਿਕਾਰੀਆਂ ਦਾ ਬਾਈ ਡੈਜ਼ਿਗਨੇਸ਼ਨ ਨਾ ਦਿੱਤਾ ਗਿਆ ਕਿ ਇਸ ਡੈਜ਼ਿਗਨੇਸ਼ਨ ਦਾ ਇਸ ਸਟੇਟ ਤੋਂ ਅਸੀਂ ਇਹ ਅਧਿਕਾਰੀ ਲੈ ਰਹੇ ਹਾਂ, ਉਸ ਦੇ ਵਿੱਚ ਇੱਕ ਲਾਈਨ ਪੰਜਾਬ ਦੀ ਵੀ ਪਾਈ ਜਾ ਸਕਦੀ ਸੀਗੀ। ਰੌਲਾ ਕੀ ਹੈ? ਪੰਜਾਬ ਦੀ ਵੀ ਲਾਈਨ ਜਾਂ ਚੈੱਕ ਕੀਤਾ ਜਾ ਰਿਹਾ ਕਿਤੇ ਕਿ ਪੰਜਾਬ ਵਾਲੇ ਕੀ ਕਹਿਣਗੇ ਫਿਰ ਦੇਖਾਂਗੇ? ਇਸ ਤਰ੍ਹਾਂ ਐਸੀ ਕੋਈ ਗੱਲ ਨਹੀਂ। ਕੀ ਕਹਿਣਗੇ ਦੀ ਵੀ ਗੱਲ ਨਹੀਂ ਹੈ। ਤੁਸੀਂ ਏਦਾਂ ਦੀ ਗੱਲ ਨਾ ਕਰਿਆ ਕਰੋ। ਇਹ ਸਭ ਤੋਂ ਵੱਡੀ ਗੱਲ ਜਿਹੜੀ ਆ, ਇਹ ਜਿਹੜੀ MSP ਦੀ ਜਾਂ ਹੋਰ ਬਾਕੀ ਵਿਚਾਰਾਂ ਵੀ ਇਹਨਾਂ ਨੇ ਕਰਨੀਆਂ ਨੇ, ਇਸ ਕਮੇਟੀ ਨੇ। ਇਹਦੇ 'ਚ ਕਿਸਾਨ SKM ਦੇ ਜਿਹੜੇ ਪ੍ਰਤੀਨਿਧੀ ਨੇ, 3 ਪ੍ਰਤੀਨਿਧੀ ਉਹ ਵੀ ਜਾਣੇ ਨੇ। ਇਹ ਜ਼ਰੂਰੀ ਨਹੀਂ ਹੈ ਕਿ ਇਹਨਾਂ ਦੀ ਗੱਲ ਨੂੰ ਇਗਨੋਰ ਥੋੜਾ ਕੀਤਾ ਜਾਣਾ ਉੱਥੇ। ਇਹ ਲੋਕਤੰਤਰ ਹੈ, ਇਹਦੇ ਚਰਚਾ ਨਾਲ ਹੀ ਤਾਂ ਗੱਲ ਦਾ ਹੱਲ ਹੁੰਦਾ। ਇਹਦੇ ਜੇ ਅਸੀਂ ਸੋਚੀਏ ਕਿ ਪਹਿਲਾਂ ਹੀ ਵਹਿਮ ਕਰ ਲਈਏ, ਨਹੀਂ ਤਾਂ ਸਾਡੇ ਖਿਲਾਫ ਜਾਣੀ ਹੈ। ਚਲੋ ਪੰਧੇਰ ਸਾਹਿਬ ਸਾਡੇ ਨਾਲ ਉਹਨਾਂ ਨੂੰ ਪੁੱਛ ਲੈਂਦੇ। ਪੰਧੇਰ ਸਾਹਿਬ, ਵਹਿਮ ਨਹੀਂ ਕਰਨਾ ਚਾਹੀਦਾ, ਜਾਣਾ ਚਾਹੀਦਾ, ਗੱਲ ਰੱਖਣੀ ਚਾਹੀਦੀ ਹੈ, ਤਾਂ ਹੀ ਗੱਲ ਬਣਦੀ ਹੈ। ਗਰੇਵਾਲ ਸਾਹਿਬ ਇਹ ਕਹਿ ਰਹੇ ਨੇ। ਦੇਖੋ, ਗਰੇਵਾਲ ਸਾਹਿਬ ਬੜੇ ਸਤਿਕਾਰਯੋਗ ਨੇ। ਸਾਰੀ ਸਰਕਾਰ ਤੇ ਬੜੇ ਵੱਡੇ ਮਾਹਿਰ ਇਹਨਾਂ ਦੇ ਖੇਤੀ ਕਾਨੂੰਨ ਵਾਲੇ ਮਸਲੇ ਤੇ ਵੀ ਬੜੀ ਲੰਮੀ ਵਿਚਾਰ ਚਰਚਾ ਹੋਈ ਸੀ। ਅਸੀਂ ਸਰਕਾਰ ਨਾਲ ਬੜੇ ਦਲੀਲਪੂਰਵਕ ਢੰਗ ਨਾਲ, ਬੜੇ ਵਾਜਬ ਤਰੀਕੇ ਨਾਲ ਕਲੌਜ਼ ਬਾਏ ਕਲੌਜ਼
ਚਰਚਾ ਕਰਕੇ ਹਰ ਗੱਲ ਦਾ ਦਲੀਲ ਦੇ ਹਿਸਾਬ ਨਾਲ ਜਵਾਬ ਦਿੱਤਾ ਸੀ। ਅੱਜ ਵੀ ਜਿਹੜੀ ਮਾਹਰਾਂ ਦੀ ਜਾਂ ਜਿਹੜੀ ਕਮੇਟੀ ਸਰਕਾਰ ਨੇ ਜਿਹੜੇ ਚੇਅਰਮੈਨ ਸਾਹਿਬ ਲਾਏ ਨੇ ਉਹਨਾਂ ਦੀ ਨੀਅਤ ਤੇ ਨੀਤੀ ਬਾਰੇ ਬੜੇ ਪਿਆਰ ਤੇ ਸਤਿਕਾਰ ਨਾਲ ਕਹਿ ਰਹੇ ਆ ਕਿ ਅਸਲ ਵਿੱਚ ਤੁਸੀਂ ਉਹੀ ਬੰਦੇ ਲਾਤੇ ਜਿਹੜੇ ਐਮਐਸਪੀ ਦੇਣ ਦੇ ਵਿਰੋਧੀ ਨੇ, ਜਿਹੜੇ ਐਮਐਸਪੀ ਜਾਰੀ ਨਹੀਂ ਰੱਖਣਾ ਚਾਹੁੰਦੇ, ਕਿਉਂਕਿ ਵਿਸ਼ਵ ਵਪਾਰ ਸੰਸਥਾ ਦੀ ਨੀਤੀ ਕਹਿੰਦੀ ਆ ਵੀ ਤੁਸੀਂ 10% ਤੋਂ ਵੱਧ ਕਿਸਾਨਾਂ ਮਜ਼ਦੂਰਾਂ ਦਾ ਝੋਨਾ ਨਹੀਂ ਜਾਂ ਉਹਨਾਂ ਦੀ ਫਸਲ ਨਹੀਂ ਖਰੀਦ ਸਕਦੇ। ਤਾਂ ਇਸ ਕਰਕੇ ਬੜੇ ਸੁਚੱਜੇ ਤਰੀਕੇ ਨਾਲ ਅਸੀਂ ਗੱਲ ਰੱਖ ਰਹੇ ਹਾਂ ਵੀ ਦੇਸ਼ ਦੇ ਕਿਸਾਨ ਦੀ ਆਵਾਜ਼ ਦਾ ਸਨਮਾਨ ਕੀਤਾ ਜਾਵੇ। ਤੁਸੀਂ ਆਪ ਦੇ ਮਰਜ਼ੀ ਦੇ ਢੰਗ ਨਾਲ ਜਦੋਂ ਮਰਜ਼ੀ ਜਿਹੜੀ ਮਰਜ਼ੀ ਕਮੇਟੀ ਨਾ ਬਣਾਓ, ਇਹਦੇ ਵਿੱਚ ਕਿਸਾਨਾਂ ਮਜ਼ਦੂਰਾਂ ਦਾ ਭਲਾ ਨਹੀਂ ਹੈਗਾ। ਅਸੀਂ ਕਰਜ਼ੇ ਕਰਕੇ ਪਹਿਲੋਂ ਖੁਦਕੁਸ਼ੀਆਂ ਕਰ ਰਹੇ ਹਾਂ। ਜਿਹੜੀਆਂ ਚੀਜ਼ਾਂ ਅੱਜ ਤੱਕ ਅਸੀਂ ਪੈਦਾ ਕੀਤੀਆਂ ਉਹਨਾਂ ਦਾ ਕਦੀ ਵਾਜਬ ਤੇ ਸਹੀ ਮੁੱਲ ਸਾਨੂੰ ਨਹੀਂ ਦਿੱਤਾ ਗਿਆ। ਹੋਣੀ ਆਸ ਸੀਗੀ, ਇਹ ਕਹਿੰਦੇ ਵੀ ਸਾਡੀ ਸਰਕਾਰ ਜਿਹੜੀ ਆ ਉਹ ਸੱਚੀ ਸਰਕਾਰ ਹੈ, ਅਸੀਂ ਸਾਰਿਆਂ ਦਾ ਨਾਲ ਲੈ ਕੇ ਚੱਲਦੇ ਹਾਂ, ਸਾਰਿਆਂ ਦੀ ਆਵਾਜ਼ ਆ, ਪਰ ਸਾਨੂੰ ਨਹੀਂ ਨਜ਼ਰ ਆ ਰਿਹਾ। ਸਾਨੂੰ ਲੱਗਦਾ ਕਿ ਇੱਕ ਤਰਫਾ ਮਨ ਮਰਜ਼ੀ ਦੇ ਫੈਸਲੇ ਹੋ ਰਹੇ। ਇਸ ਪੰਧੇਰ ਸਾਹਿਬ ਹੁਣ ਐਸਕੇਐਮ ਇਸ ਕਮੇਟੀ ਵਿੱਚ ਸ਼ਾਮਿਲ ਹੋਏਗਾ ਨਹੀਂ ਹੋਏਗਾ? ਹਾਂ ਦੇਖੋ ਸਾਡੀ ਸਾਂਝੀ ਰਾਇ ਤਾਂ ਹਜੇ ਬਣੀ ਨਹੀਂ, ਇਹ ਤਾਂ ਹੋਣੀ ਚਾਹੀਦੀ ਆ। ਸਾਡੀ ਆਪਣੀ ਜਥੇਬੰਦੀ ਦੀ ਰਾਇ ਆ ਵੀ ਸ਼ਾਮਲ ਹੋਣਾ ਮਾੜੀ ਗੱਲ ਨਹੀਂ, ਪਰ ਸਰਕਾਰ ਜਦੋਂ ਆਪਣੀ ਮਰਜ਼ੀ ਦੇ ਨੁਮਾਇੰਦੇ ਪਾ ਗਈ ਆ, ਕੋਈ ਨੁਮਾਇੰਦਾ ਸਾਡਾ ਸ਼ਾਮਲ ਹੋ ਗਿਆ, ਇਹ ਕਹਿਣਗੇ ਵੀ ਉਹਨਾਂ ਨੁਮਾਇੰਦਿਆਂ ਦੀ ਰਾਇ ਨਾਲ ਕਮੇਟੀ ਬਣੀ ਆ, ਸਾਡਾ ਲੋਕਾਂ ਦੇ ਵਿੱਚ ਅਕਸ ਖਰਾਬ ਹੋਊਗਾ। ਲੋਕਾਂ ਦੇ ਭਰੋਸੇ ਕਰਕੇ ਹੀ ਸਾਡੀ ਜਿਹੜੀ ਵਾਜੀਅਤ ਪੂਰੇ ਦੇਸ਼ ਤੇ ਪੰਜਾਬ ਵਿੱਚ ਬਣੀ ਹੋਈ ਹੈ, ਸਾਨੂੰ ਨਹੀਂ ਖੋਣੀ ਚਾਹੀਦੀ, ਸਾਡਾ ਇਹ ਮੰਨਣਾ ਹੈ। ਚਲੋ ਬਹੁਤ ਬਹੁਤ ਸ਼ੁਕਰੀਆ ਪੰਧੇਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਗਰੇਵਾਲ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲ ਕਰਨ ਦੇ ਲਈ। ਹਰਜੀਤ ਸਿੰਘ ਗਰੇਵਾਲ ਬੀਜੇਪੀ ਦੇ ਆਗੂ ਜਿਹੜੇ ਇਹ ਕਹਿ ਰਹੇ ਨੇ ਕਿ ਕਿਸਾਨ ਆਗੂਆਂ ਨੂੰ ਵਹਿਮ ਨਹੀਂ ਕਰਨਾ ਚਾਹੀਦਾ, ਕਮੇਟੀ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ ਤੇ ਉਹਨਾਂ ਦਾ ਜਿਹੜਾ ਹੈਗਾ ਮਾਨ ਸਤਿਕਾਰ ਜਿਹੜਾ ਹੈਗਾ ਉਹ ਕੀਤਾ ਜਾਵੇਗਾ। ਉਹਨਾਂ ਦੀ ਜਿਹੜੀ ਗੱਲ ਰੱਖਣੀ ਹੈ, ਪਲੇਟਫਾਰਮ ਜਿਹੜਾ ਹੈਗਾ ਉਹ ਖੁੱਲ੍ਹਾ ਹੈ। ਜੀਵਨ ਗੁਪਤਾ ਵੀ ਇਸ ਤੋਂ ਪਹਿਲਾਂ ਇਹ ਕਹਿ ਰਹੇ ਸੀਗੇ। ਹਾਲਾਂਕਿ ਕਿਸਾਨ ਆਗੂਆਂ ਦਾ ਇਹ ਕਹਿਣਾ ਹੈ ਕਿ ਜਿਸ ਤਰੀਕੇ ਕਮੇਟੀ ਬਣਾਈ ਗਈ ਹੈ ਉਹ ਆਪਣੇ ਆਪ ਵਿੱਚ ਕਈ ਸਾਰੇ ਸਵਾਲ ਖੜੇ ਕਰਦੀ ਹੈ। ਕਮੇਟੀ ਦਾ ਜਿਹੜਾ ਇੱਕ ਬਣਤਰ ਹੈਗੀ ਹੈ, ਉਸ ਬਣਤਰ ਨੂੰ ਲੈ ਕੇ ਹੀ ਕਿਸਾਨ ਆਗੂਆਂ ਦੇ ਮਨਾਂ ਵਿੱਚ ਖਦਸ਼ੇ ਨੇ। ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਜਿਨ੍ਹਾਂ ਆਗੂਆਂ ਨੇ, ਜਿਨ੍ਹਾਂ ਲੋਕਾਂ ਨੇ ਇਹ ਕਾਨੂੰਨ ਜਿਹੜੇ ਹੈਗੇ ਉਹ ਬਣਾਏ ਸੀਗੇ, ਉਹਨਾਂ ਨੂੰ ਹੀ ਜਿਹੜਾ ਹੈਗਾ ਇੱਕ ਵਾਰ ਮੁੜ ਕਮੇਟੀ ਦੇ ਵਿੱਚ ਜਿਹੜਾ ਹੈਗਾ ਉਹ ਸ਼ਾਮਿਲ ਕਰ ਲਿਆ ਗਿਆ, ਕਮੇਟੀ ਦੇ ਵਿੱਚ ਥਾਂ ਦੇ ਦਿੱਤੀ ਗਈ ਹੈ। ਔਰ ਇਸੇ ਕਰਕੇ ਉਹ ਸਵਾਲ ਜਿਹੜਾ ਹੈਗਾ ਉਹ ਖੜੇ ਕਰ ਰਹੇ ਨੇ ਔਰ ਸਵਾਲ ਚੁੱਕ ਰਹੇ ਨੇ। ਹਾਲਾਂਕਿ ਇਸ ਸਭ ਦੇ ਵਿਚਾਲੇ ਉਹਨਾਂ ਨੇ ਇਹ ਵੀ ਕਿਹਾ ਕਿ ਸ਼ਾਮਿਲ ਹੋਇਆ ਜਾ ਸਕਦਾ ਹੈ, ਕਮੇਟੀ ਦੇ ਵਿੱਚ ਜਿਹੜਾ ਹੈਗਾ ਅਸੀਂ ਸ਼ਾਮਿਲ ਹੋ ਸਕਦੇ ਹਾਂ, ਕਮੇਟੀ ਦਾ ਹਿੱਸਾ ਜਿਹੜਾ ਹੈਗਾ ਬਣ ਸਕਦੇ ਹਾਂ, ਪਰ ਬਹੁਤ ਸੋਚ ਵਿਚਾਰ ਜਿਹੜਾ ਹੈਗਾ ਉਹ ਕਰਨਾ ਹੋਏਗਾ। ਤੇ ਵਕਤ ਫਿਲਹਾਲ ਇੱਕ ਛੋਟੇ ਜਿਹੇ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਵੀ ਖਬਰਾਂ ਸਿਲਸਿਲਾ ਜਾਰੀ ਰਹੇਗਾ।